ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ ਦੋਸਤੋ। ਮੈਂ ਸਤਨਾਮ ਕੌਰ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵੇੜੇ। ਦੋਸਤੋ, ਕਿਸੇ ਵੀ ਚੀਜ਼ ਨੂੰ ਚਲਾਉਣ ਲਈ ਸਭ ਤੋਂ ਪਹਿਲਾਂ ਲੋੜ ਹੁੰਦੀ ਹੈ ਇੱਕ ਅੱਛੇ ਮੈਨੇਜਮੈਂਟ ਦੀ, ਔਰ ਉਹਨੂੰ ਚਲਾਉਣ ਲਈ ਉਸ ਤੋਂ ਵੀ ਜ਼ਿਆਦਾ ਲੋੜ ਹੁੰਦੀ ਹੈ ਤੁਹਾਡੀ ਮੈਨੇਜਮੈਂਟ ਸਕਿੱਲਸ ਦੀ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਮੈਨੇਜਮੈਂਟ ਦੇ ਉੱਪਰ, ਔਰ ਕਿਵੇਂ ਤੁਸੀਂ ਆਪਣੇ ਵਪਾਰ ਨੂੰ ਜਾਂ ਫਿਰ ਆਪਣੇ ਘਰ ਨੂੰ ਜਾਂ ਫਿਰ ਆਪਣੀ ਦੁਕਾਨਦਾਰੀ ਨੂੰ ਕਿੱਦਾਂ ਮੈਨੇਜ ਕਰ ਸਕਦੇ ਹੋ, ਔਰ ਉਹ ਕਿਹੜੀ ਚੀਜ਼ਾਂ ਨੇ ਜੋ ਮੈਨੇਜਮੈਂਟ ਨਾਲ ਜੁੜੀਆਂ ਹੋਈਆਂ ਨੇ। ਸਾਡੇ ਨਾਲ ਨੇ ਬ੍ਰਹਮਾ ਕੁਮਾਰ ਸਾਹਿਲ ਭਾਈ ਸਾਹਿਬ। ਭਾਈ ਸਾਹਿਬ, ਇੱਕ ਵਾਰ ਫਿਰ ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਓਮ ਸ਼ਾਂਤੀ। ਓਮ ਸ਼ਾਂਤੀ। ਜਿੱਦਾਂ ਕਿ ਮੈਨੇਜਮੈਂਟ ਦੀ ਗੱਲ ਆਪਾਂ ਅੱਜ ਕਰਨ ਵਾਲੇ ਹਾਂ, ਸਭ ਤੋਂ ਪਹਿਲਾਂ ਮੈਂ ਇਹੋ ਪੁੱਛਣਾ ਚਾਹਾਂਗੀ, ਇੱਕ ਗੁੱਡ ਮੈਨੇਜਮੈਂਟ, ਇੱਕ ਅੱਛੀ ਮੈਨੇਜਮੈਂਟ ਕਿਹਨੂੰ ਕਹਿੰਦੇ? ਚੰਗੀ ਮੈਨੇਜਮੈਂਟ ਉਹ ਮੰਨੀ ਜਾਏਗੀ ਜੋ ਕਿ ਰਿਸਪੈਕਟ ਦੇ ਰਿਸੋਰਸਿਸ ਨੂੰ, ਲੋਕਾਂ ਨੂੰ ਐਂਡ ਆਪਣੇ ਆਪ ਨੂੰ ਵੀ। ਇਹਦਾ ਮਤਲਬ ਹੋ ਗਿਆ ਕਿ ਜਿੰਜ ਰਿਸੋਰਸਿਸ ਹੈ ਉਹ ਘੱਟ ਤੋਂ ਘੱਟ ਯੂਟਿਲਾਈਜ਼ ਹੋ ਕੇ ਫਿਰ ਵੀ ਰਿਜ਼ਲਟ ਦੇ ਸਕਣ। ਤੁਸੀਂ ਗ੍ਰੀਨ ਮੈਨੇਜਮੈਂਟ ਕਰੋ ਜਿਹਦੇ ਵਿੱਚ ਘੱਟ ਤੋਂ ਘੱਟ ਪੋਲਿਊਸ਼ਨ ਕ੍ਰੀਏਟ ਹੋਏ। ਐਂਡ ਰਿਸਪੈਕਟ ਟੂ ਲੋਕਾਂ ਨੂੰ ਰਿਸਪੈਕਟ ਦੇਣ ਦਾ ਇਹ ਮਤਲਬ ਹੈ ਕਿ ਭਾਵੇਂ ਤੁਸੀਂ ਦੇਖਿਆ ਹੋਏਗਾ ਕਿ ਅੱਜ ਕੱਲ੍ਹ ਬਿਜ਼ਨਸ ਤੇ ਸਕਸੈਸਫੁਲ ਹੋ ਜਾਂਦਾ ਹੈ, ਮਗਰ ਜਿਸ ਤਰ੍ਹਾਂ ਕਿ ਲੋਕ ਉਹਦੇ ਵਿੱਚ ਦੁਖੀ ਹੋ ਜਾਂਦੇ, ਸਟਾਫ ਉਹਦੇ ਵਿੱਚ ਜਿੰਨ ਦੁਖੀ ਹੋ ਗਿਆ, ਬਹੁਤੇ ਲੋਕਾਂ ਨੇ ਛੱਡਤਾ, ਇਮੋਸ਼ਨਲੀ ਹਰਟ ਹੋ ਗਏ। ਸੋ ਇਹ ਹੋ ਗਿਆ ਕਿ ਤੁਸੀਂ ਸਕਸੈਸਫੁਲ ਤੇ ਕਰ ਲਿਆ, ਮਗਰ ਲੋਕਾਂ ਦੀ ਉਹਦੇ 'ਚ ਰਿਸਪੈਕਟ ਨਹੀਂ ਹੋਈ। ਪਰ ਜਦੋਂ ਆਪਾਂ ਬਿਜ਼ਨਸ ਕਰਨੇ ਹਾਂ ਜਾਂ ਫਿਰ ਕੋਈ ਵੀ ਕੰਮ ਕਰਨੇ ਹਾਂ, ਅਤੇ ਇੱਕ ਅੱਛੀ ਮੈਨੇਜਮੈਂਟ ਦੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਰਿਸਪੈਕਟ ਦੇਣਾ ਲੋਕਾਂ ਨੂੰ ਬਹੁਤ ਜ਼ਰੂਰੀ ਹੈ। ਬਹੁਤ ਜਗ੍ਹਾ ਇਹ ਵੀ ਦੇਖਿਆ ਜਾਂਦਾ ਹੈ ਕਿ ਇੰਪਲੋਈਜ਼ ਜੋ ਹੁੰਦੇ ਨੇ ਸਾਡੇ, ਉਹ ਕੰਮ ਬਹੁਤ ਅਸੀਂ ਅੱਛੇ ਤਰੀਕੇ ਨਾਲ ਕੰਮ ਨਹੀਂ ਕੱਢ ਪਾਉਂਦੇ ਉਹਨਾਂ ਕੋਲੋਂ। ਜੋ ਸੈਲਰੀ ਉਹਨਾਂ ਨੂੰ ਮਿਲ ਰਹੀ ਹੈ ਉਸ ਹਿਸਾਬ ਦਾ ਉਹ ਵਰਕ ਉਹਨਾਂ ਕੋਲੋਂ ਆਊਟਪੁੱਟ ਨਹੀਂ ਨਿਕਲ ਪਾਉਂਦਾ ਹੈ। ਇਹੋ ਜਿਹੀ ਸਿਚੁਏਸ਼ਨ 'ਚ ਇੱਕ ਅੱਛਾ ਅਗਰ ਅਸੀਂ ਆਊਟਪੁੱਟ ਕੱਢਣਾ ਚਾਹੁੰਦੇ ਹਾਂ ਆਪਣੇ ਇੰਪਲੋਈਜ਼ ਤੋਂ, ਤਾਂ ਕਿੱਦਾਂ ਕੱਢ ਸਕਦੇ ਹਾਂ? ਜੋ ਤੁਸੀਂ ਕਿਹਾ ਕਿ ਕੰਮ ਕੱਢਣਾ ਅਗਲੇ ਕੋਲੋਂ, ਐਕਚੁਅਲੀ ਸਿਚੁਏਸ਼ਨ ਇਹ ਹੋਣੀ ਚਾਹੀਦੀ ਹੈ ਕਿ ਅਗਲਾ ਪਹਿਲੇ ਹੀ ਪੂਰੀ ਤਰ੍ਹਾਂ ਤੋਂ ਮੋਟੀਵੇਟਿਡ ਹੋਏ ਅਤੇ ਉਹ ਆਪੇ ਹੀ ਆਪਣੀ ਪੂਰੀ ਆਊਟਪੁੱਟ ਕੱਢਣਾ ਚਾਹੇ, ਰਾਦਰ ਦੈਨ ਕਿ ਤੁਸੀਂ ਉਹਨੂੰ ਫੋਰਸ ਕਰ ਰਹੇ ਹੋ ਅਤੇ ਫਿਰ ਤੁਸੀਂ ਚੈੱਕ ਕਰ ਰਹੇ ਹੋ ਅਤੇ ਫਿਰ ਉਹ ਕੰਮ ਨਹੀਂ ਨਿਕਲ ਰਿਹਾ। ਇਹਦਾ ਮਤਲਬ ਹੈ ਕਿ ਉਹ ਇਨਸਾਨ ਪਹਿਲੇ ਹੀ ਮੋਟੀਵੇਟਿਡ ਨਹੀਂ ਸੀਗਾ ਪੂਰੀ ਤਰ੍ਹਾਂ ਕੰਮ ਕਰਨ 'ਤੇ, ਅਤੇ ਉਹਦੀ 100% ਆਊਟਪੁੱਟ ਨਹੀਂ ਨਿਕਲੀ। ਹਾਂਜੀ। ਇਹਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਕਿਆ ਤੁਸੀਂ ਉਸ ਇਨਸਾਨ ਦੀ ਲਾਈਫ ਨੂੰ ਦੇਖ ਰਹੇ ਹੋ ਕਿ ਸਿਰਫ ਉਹਦੇ ਕੋਲੋਂ ਕੰਮ ਕਢਾ ਰਹੇ ਹੋ। ਲਾਈਫ ਨੂੰ ਦੇਖ ਰਹੇ ਹੋ ਮਤਲਬ ਕਿ ਕਿਆ ਉਹਦੀ ਵੀ ਲਾਈਫ ਵਿੱਚ ਬੈਲੈਂਸ ਹੈਗਾ, ਉਹਦੀ ਵਰਕ ਅਤੇ ਹੋਮ ਲਾਈਫ ਦੇ ਵਿੱਚ ਕੁਝ ਬੈਲੈਂਸ ਹੈਗਾ। ਜਿਸ ਤਰ੍ਹਾਂ ਕਿ ਅੱਜ ਤੁਸੀਂ ਦੇਖੋਗੇ ਬੈਂਕਸ ਹੈਗੇ, ਕੰਪਨੀਜ਼ ਹੈਗੀਆਂ, ਉਹ ਰਾਤ ਤੱਕ ਲੋਕ ਕੰਮ ਕਰਦੇ ਹੈ, ਸਵੇਰੇ ਕੰਮ 'ਤੇ ਆਉਂਦੇ ਹੈ, ਤਣਾਅ ਦੇ ਮਾਹੌਲ ਵਿੱਚ ਹੁੰਦੇ ਹੈ, ਕੋਈ ਉਹਨਾਂ ਦੇ ਫਰੈਸ਼ ਆਈਡੀਆਜ਼ ਨਹੀਂ ਹੁੰਦੇ, ਅਤੇ ਹੌਲੀ ਹੌਲੀ ਜਿੰਜ ਇੱਕ ਬਰਨ ਆਊਟ ਸਟੇਜ ਵਿੱਚ ਚੱਲ ਜਾਂਦੇ ਹੈ। ਸੋ ਇੱਕ ਅੱਛਾ ਮਾਹੌਲ ਦੇਣਾ, ਉਹਨਾਂ ਦੀ ਲਾਈਫ, ਵਰਕ ਐਂਡ ਘਰ ਦੀ ਲਾਈਫ ਵਿੱਚ ਇੱਕ ਬੈਲੈਂਸ ਦੇਣ ਵਿੱਚ ਉਹਨਾਂ ਨੂੰ ਇਨਕਰੇਜ ਕਰਨਾ, ਅਤੇ ਤੀਸਰਾ ਉਹਨਾਂ ਦੇ ਜੀਵਨ ਦਾ ਵੀ ਲਕਸ਼ ਵੱਲ ਉਹਨਾਂ ਨੂੰ ਗਾਈਡ ਕਰਨਾ, ਤਾਂ ਕਿ ਓਵਰਆਲ ਉਹ ਇੱਕ ਖੁਸ਼ ਇਨਸਾਨ ਬਣਨ। ਕਿਉਂਕਿ ਜੋ ਇਨਸਾਨ ਖੁਸ਼ ਹੋਏਗਾ ਉਹਦੀ ਆਊਟਪੁੱਟ ਜੋ ਤੁਸੀਂ ਚਾਹੁੰਦੇ ਹੋ ਆਟੋਮੈਟਿਕਲੀ ਹੋਏਗੀ, ਅੱਛੀ ਹੋਏਗੀ। ਉਹ ਹਾਰਡਵਰਕ ਵੀ ਕਰੇਗਾ, ਉਹਦੀ ਮੈਮਰੀ ਵੀ ਜ਼ਿਆਦਾ ਹੋਏਗੀ, ਉਹਦੀ ਕ੍ਰੀਏਟਿਵਿਟੀ ਵੀ ਹੋਏਗੀ, ਉਹਦੇ ਸਾਰੇ ਫੈਕਟਰਸ, ਉਹਦੀ ਐਨਰਜੀ ਲੈਵਲ ਵੱਧ ਜਾਏਗਾ ਸਭ ਤੋਂ ਜ਼ਿਆਦਾ। ਬਿਲਕੁਲ। ਸੋ ਉਹ ਸਾਰਾ ਕੁਝ ਕਰੇਗਾ ਜੋ ਤੁਸੀਂ ਚਾਹੁੰਦੇ ਹੋ। ਸੋ ਇਨਵਾਇਰਨਮੈਂਟ ਦਿਓ, ਉਹਨੂੰ ਖੁਸ਼ ਰੱਖੋ, ਉਹਦੀ ਲਾਈਫ ਨੂੰ ਪੂਰਾ ਦੇਖੋ, ਸਿਰਫ ਆਪਣੇ ਕੰਮ ਨੂੰ ਨਾ ਵੇਖੋ। ਇਨਵਾਇਰਮੈਂਟ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਅਤੇ ਬਹੁਤ ਵਾਰ ਵਰਕ ਪਲੇਸ 'ਤੇ ਜੋ ਇਨਵਾਇਰਮੈਂਟ ਹੁੰਦਾ ਉਹ ਹਮੇਸ਼ਾ ਪੋਜ਼ੀਟਿਵ ਨਹੀਂ ਹੁੰਦਾ ਹੈ। ਇੱਕ ਅਗਰ ਇੰਪਲੋਈ ਪੁਆਇੰਟ ਆਫ ਵਿਊ ਤੋਂ ਅਗਰ ਆਪਾਂ ਦੇਖੀਏ ਤਾਂ ਬਹੁਤ ਅਲੱਗ-ਅਲੱਗ ਟਾਈਪ ਦੇ ਲੋਕਾਂ ਨਾਲ ਕੰਮ ਕਰਨਾ ਪੈਂਦਾ ਹੈ, ਔਰ ਬਹੁਤ ਵਾਰ ਪੋਲੀਟਿਕਸ ਖੇਡਣ ਦੀ ਕੋਸ਼ਿਸ਼ ਕਰਦੇ ਨੇ ਲੋਕ। ਅਤੇ ਇਹੋ ਜਿਹੀ ਸਿਚੁਏਸ਼ਨ 'ਚ ਇੱਕ ਇੰਪਲੋਈ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਉਹ ਤਾਂ ਆਲਰੇਡੀ ਸਟਰੈਸ ਦੇ ਮਾਹੌਲ 'ਚ ਆ ਜਾਂਦਾ ਹੈ, ਔਰ ਬਹੁਤ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਜੋ ਬੌਸ ਹੈ ਉਹਨੂੰ ਬਟਰਿੰਗ ਹੋ ਰਹੀ ਹੁੰਦੀ ਹੈ, ਔਰ ਜੋ ਇਨਸਾਨ ਜੋ ਬਟਰਿੰਗ ਨਹੀਂ ਕਰ ਪਾਉਂਦਾ ਹੈ ਉਹ ਪਿੱਛੇ ਰਹਿ ਜਾਂਦਾ ਹੈ, ਉਹਦੀ ਪ੍ਰਮੋਸ਼ਨ ਨਹੀਂ ਹੋ ਪਾਉਂਦੀ ਹੈ। ਇਹ ਸਭ ਸਿਚੁਏਸ਼ਨ ਇੱਕ ਇੰਪਲੋਈ ਨੂੰ ਝੇਲਣੀ ਪੈਂਦੀ ਹੈ। ਇਸ ਸਿਚੁਏਸ਼ਨ 'ਚ ਕੀ ਕਰਨਾ ਚਾਹੀਦਾ ਇੰਪਲੋਈ ਨੇ? ਬੇਸਿਕਲੀ ਜੋ ਵੀ ਇਹ ਸਿਚੁਏਸ਼ਨ 'ਚ ਹੈਗਾ, ਸਭ ਤੋਂ ਪਹਿਲੇ ਉਹਨੂੰ ਇਹ ਰੀਅਲਾਈਜ਼ ਕਰਨਾ ਚਾਹੀਦਾ ਕਿ ਮੈਂ ਆਪਣੇ ਹੀ ਨਿਰਣੇ ਦੇ ਨਾਲ ਇਸ ਸਿਚੁਏਸ਼ਨ 'ਚ ਹੈਗਾ, ਕਿ ਮੈਂ ਆਪਣੇ ਆਪ ਨੂੰ ਇਸ ਸਿਚੁਏਸ਼ਨ 'ਚ ਪਾਇਆ। ਸੋ ਸਭ ਤੋਂ ਪਹਿਲੇ ਦੁਖੀ ਨਾ ਹੋਏ, ਕਿ ਜੋ ਬੰਦਾ ਦੁਖੀ ਹੋਏਗਾ ਉਹ ਨਾਲ ਹੀ ਉਹ ਬਾਕੀ ਵੀ ਹਰ ਚੀਜ਼ ਦੀ ਉਹਦੀ ਪਰਫੋਰਮੈਂਸ ਥੱਲੇ ਚੱਲ ਜਾਏਗੀ। ਸੋ ਆਪਣੇ ਨਿਰਣੇ 'ਤੇ ਸਭ ਤੋਂ ਪਹਿਲੇ ਖੁਸ਼ ਰਹੇ। ਦੂਜਾ, ਆਪਣੀ ਸ਼ਕਤੀ ਅੱਜ ਕੱਲ੍ਹ ਸਾਨੂੰ ਵਧਾਉਣ ਦੀ ਲੋੜ ਹੈ। ਕੋਈ ਵੀ ਤੁਸੀਂ ਮਾੜੀ ਸਿਚੁਏਸ਼ਨ ਦੇਖ ਰਹੇ ਹੋ, ਜਦ ਤੁਸੀਂ ਆਪਣੀ ਟੋਲਰੈਂਸ ਪਾਵਰ ਵਧਾਓਗੇ ਤੁਹਾਨੂੰ ਉਹਦੇ 'ਚ ਅੱਛਾ ਮਹਿਸੂਸ ਹੋਏਗਾ।
ਸੈਕੰਡਲੀ ਸਾਨੂੰ ਕਿਸੇ ਨੂੰ ਵੀ ਇੰਪ੍ਰੈਸ ਕਰਨ ਦੀ ਐਕਚੁਅਲੀ ਲੋੜ ਨਹੀਂ ਹੈਗੀ। ਹੂੰ ਜੋ ਵੀ ਅਸੀਂ ਨੈਚੁਰਲ ਹੈਗੇ ਆ, ਹੂੰ ਜਿਸ ਤਰ੍ਹਾਂ ਇੱਕ ਹੀਰਾ ਹੈ ਉਹ ਚਮਕਦਾ ਹੈ, ਹਾਂਜੀ ਜਦ ਪਾਲਿਸ਼ ਹੁੰਦਾ ਉਹਦੇ ਬਾਅਦ ਉਹ ਚਮਕਦਾ ਹੀ ਚਮਕਦਾ ਹੈ। ਹੂੰ ਇਸ ਤਰ੍ਹਾਂ ਜਿਸ ਤਰ੍ਹਾਂ ਇੱਕ ਅਗਰਬੱਤੀ ਹੈ, ਹੂੰ ਉਹਦੀ ਖੁਸ਼ਬੂ ਫੈਲ ਹੀ ਜਾਂਦੀ ਹੈ। ਹੂੰ ਸੋ ਤੁਸੀਂ ਜੋ ਹੋ, ਜੈਸੇ ਹੋ, ਹੂੰ ਹੌਲੀ ਹੌਲੀ ਆਟੋਮੈਟਿਕਲੀ ਸਭ ਨੂੰ ਉਹ ਪਤਾ ਚੱਲ ਹੀ ਜਾਂਦਾ ਹੈ। ਮਤਲਬ ਉਭਰ ਕੇ ਆਈ, ਜੋ ਕੰਮ ਕਰਦਾ ਹੈ ਬੰਦਾ ਉਭਰ ਕੇ ਆ ਹੀ ਜਾਂਦਾ ਹੈ, ਉਹਨੂੰ ਹਾਂਜੀ ਬਟਰਿੰਗ ਕਰਨ ਦੀ ਲੋੜ ਨਹੀਂ ਪੈਂਦੀ ਹੈ। ਪਰ ਬਹੁਤ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਜੋ ਬੌਸ ਹੈ ਉਹ EMPLOYE ਦੀ ਜਾਂ ਫਿਰ ਮੈਨੇਜਮੈਂਟ ਦੀ ਕੁਝ ਗੱਲਾਂ ਬਾਹਰ ਕੱਢਣ ਲਈ ਕੁਝ ਇਹੋ ਜਿਹੇ EMPLOYEES ਨੂੰ ਆਪਣੇ ਕਲੋਜ਼ ਰੱਖਦਾ ਹੈ ਜਿਹਦੇ ਥਰੂ ਉਹ ਗੱਲਾਂ ਉਸ ਤੱਕ ਪਹੁੰਚਦੀਆਂ ਰਹਿਣ, ਬੌਸ ਤੱਕ। ਤੇ ਇਸ ਸਿਚੁਏਸ਼ਨ 'ਚ ਜੋ ਬਾਕੀ ਦੇ ਸਬੋਰਡੀਨੇਟਸ ਜਾਂ ਬਾਕੀ ਦੇ ਜੋ EMPLOYEES ਹੁੰਦੇ ਹੈ ਉਹ ਇਨਸਿਕਿਉਰਡ ਫੀਲ ਕਰਨ ਲੱਗ ਜਾਂਦੇ ਹੈ। ਇਹ ਕਿੱਥੋਂ ਤੱਕ ਸਹੀ ਹੈ? ਜੋ ਤੁਸੀਂ ਇਹ ਸਿਚੁਏਸ਼ਨ ਦੱਸ ਰਹੇ ਹੋ, ਇਹ ਇੱਕ ਸ਼ਾਰਟ ਟਰਮ ਮੈਨੇਜਮੈਂਟ ਸਟ੍ਰੈਟਜੀ ਹੈ। ਹੂੰ ਕੋਈ ਛੋਟੀ ਸਟ੍ਰੈਟਜੀ ਹੈਗੀ ਹੈ ਕਿ ਤੁਸੀਂ ਜਿੰਜ ਕਹਿੰਦੇ ਹੋ ਡਿਵਾਈਡ ਐਂਡ ਰੂਲ ਹੋ ਗਿਆ, ਹੂੰ ਠੀਕ ਹੈ ਨਾ। ਕੋਈ ਤੁਹਾਨੂੰ ਆ ਕੇ ਕੁਝ ਦੱਸ ਰਿਹਾ ਹੈ, ਹੂੰ ਸੋ ਇੱਕ ਜਿੰਜ ਪੋਲੀਟੀਕਲ ਟਾਈਪ ਮਾਹੌਲ ਹੋ ਗਿਆ। ਹੂੰ ਇੱਕ ਆਈਡੀਅਲ ਮਾਹੌਲ ਇੱਕ ਵਰਕ ਪਲੇਸ ਦਾ ਨਹੀਂ ਹੈਗਾ। ਹੂੰ ਆਈਡੀਅਲ ਮਾਹੌਲ ਹੈਗਾ ਕਿ ਹਰ ਬੰਦਾ ਮੋਟੀਵੇਟਿਡ ਹੈ, ਹੂੰ ਹਰ ਬੰਦਾ ਆਪਣੇ ਬੈਸਟ ਪਰਫਾਰਮ ਕਰ ਰਿਹਾ ਹੈ, ਹਰ ਬੰਦੇ ਦੀ ਜਿੰਨੀ ਸ਼ਕਤੀ ਹੈ ਉਹ ਸ਼ਕਤੀ ਕੰਮ ਤੇ ਲੱਗ ਰਹੀ ਹੈ ਤੇ ਉਹ ਖੁਸ਼ੀ ਨਾਲ ਕਰ ਰਿਹਾ ਜੋ ਕਰ ਰਿਹਾ। ਹੂੰ ਜਦ ਹੀ ਇਹੋ ਜਿਹੀ ਭਾਵਨਾਵਾਂ ਆਉਣਗੀਆਂ ਜੋ ਤੁਸੀਂ ਕਹਿ ਰਹੇ ਹੋ, ਹੂੰ ਇਹ ਚੀਜ਼ਾਂ ਤੁਹਾਡੇ ਆਊਟਪੁੱਟ ਨੂੰ ਥੱਲੇ ਲੈ ਕੇ ਜਾਣਗੀਆਂ। बिल्कुल। और अगर अपना मैनेजमेंट हो स्ट्रॉन्ग करना है और जो आउटपुट है और अच्छे तो अच्छा निकल के आवे, इसलिए कि डिसीजंस लेने चाहिए एक मैनेजर ਨੂੰ ਜਾਂ ਫਿਰ ਜੋ ਬੌਸ ਹੈ ਬਿਜ਼ਨਸ ਕਰ ਰਿਹਾ ਹੈ ਜੋ ਉਹਨੂੰ। ਜੋ ਵੀ ਕਿਸੇ ਸੰਸਥਾ ਦਾ ਕੋਈ ਹੈਡ ਹੈਗਾ, ਉਹਦੇ ਵਿੱਚ ਦੋ ਤਿੰਨ ਸ਼ਕਤੀਆਂ, ਦੋ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ। ਇੱਕ ਹੈਗੀ ਉਹਦੇ ਨਿਰਣੇ, ਅੱਛੇ ਨਿਰਣੇ ਲੈਣ ਦੀ ਸ਼ਕਤੀ। ਦੂਜਾ ਹੈਗਾ ਉਹਨੂੰ ਇਮੋਸ਼ਨਸ ਆਪਣੇ ਸੰਭਾਲਣ ਦੀ, ਆਪਣੇ ਇਮੋਸ਼ਨ ਸੰਭਾਲ ਕੇ ਰੱਖਣ ਦੀ, ਆਪਣੇ ਰਿਸਪੌਂਸ ਨੂੰ ਕੰਟਰੋਲ ਕਰਨ ਦੀ ਤੇ ਅਗਲੇ ਦੇ ਭਾਵ ਤੇ ਇਮੋਸ਼ਨਸ ਨੂੰ ਸਮਝ ਕੇ ਚੱਲਣ ਦੀ ਕੈਪੇਬਿਲਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੀਸਰਾ ਕੁਝ ਹੱਦ ਤੱਕ ਕੁਝ ਰਹਿਮ ਭਾਵ ਤੇ ਸਮਾਨ ਦੀ ਸ਼ਕਤੀ। ਜਦ ਇਹ ਤਿੰਨ ਚੀਜ਼ਾਂ ਹੋਣਗੀਆਂ ਤੇ ਸੰਸਥਾ ਕਾਫੀ ਅੱਛੀ ਚੱਲ ਸਕਦੀ ਹੈ। ਜਿੱਦਾਂ ਡਿਸੀਜਨ ਮੇਕਿੰਗ ਦੀ ਆਪਾਂ ਗੱਲ ਕਰ ਰਹੇ ਹਾਂ, ਜੋ ਪਹਿਲਾਂ ਤੁਸੀਂ ਐਸਪੈਕਟ ਦੱਸਿਆ ਕਿ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਇਹੋ ਜਿਹੇ ਡਿਸੀਜਨ ਲੈਣੇ ਪੈਂਦੇ ਹੈ ਜੋ ਮੈਨੇਜਮੈਂਟ ਦੇ ਖਿਲਾਫ ਵੀ ਹੋ ਜਾਂਦੇ ਹੈ ਔਰ ਕੁਇਕ ਡਿਸੀਜਨਸ ਵੀ ਲੈਣੇ ਪੈਂਦੇ ਹੈ। ਉਸ ਸਿਚੁਏਸ਼ਨ 'ਚ ਬੌਸ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਫਿਰ ਇਹੋ ਜਿਹਾ ਕੀ ਕਰੇ ਕਿ ਉਹ ਅੱਛੇ ਡਿਸੀਜਨਸ ਆਪਣੀ ਮੈਨੇਜਮੈਂਟ ਲਈ ਔਰ ਆਪਣੀ ਆਰਗੇਨਾਈਜੇਸ਼ਨ ਨੂੰ ਅੱਗੇ ਵਧਾਉਣ ਲਈ ਲੈ ਸਕੇ? ਕਦੇ ਕਦੇ ਕੋਈ ਡਿਸੀਜਨ ਉਸ ਵੇਲੇ ਤੇ ਲੱਗਦੇ ਹੈ ਕਿ ਠੀਕ ਨਹੀਂ ਹੈਗੇ, ਮਗਰ ਲੌਂਗ ਰਨ 'ਚ ਉਹ ਡਿਸੀਜਨ ਠੀਕ ਹੋ ਜਾਂਦੇ। ਸਾਡੀ ਸੰਸਥਾ ਤਾਂ ਚੱਲ ਰਹੀ ਸੀਗੀ, ਸੋ ਇੱਕ ਵਾਰੀ ਬਿਕੋਜ਼ ਬਹੁਤ ਸਾਰੇ ਭਰਾ ਭੈਣ ਸਮਰਪਿਤ ਸੀਗੇ ਐਂਡ ਇੱਕ ਵਾਰ ਸਾਡੇ ਇੱਕ ਸੀਨੀਅਰ ਭਾਈ ਉਹ ਦਾਦੀ ਕੋਲ ਗਏ, ਦਾਦੂ ਨੂੰ ਕਿਹਾ ਕਿ ਇਹ ਜਿਹੜੇ ਇੰਨੇ ਸਾਰੇ ਤੁਸੀਂ ਭਰਾ ਰੱਖੇ ਹੈ, ਇਹਨਾਂ ਦੀ ਆਊਟਪੁੱਟ ਤੇ ਇੰਨੀ ਹੈ ਨਹੀਂ ਰਹੀ, ਸਾਡੀ ਸੰਸਥਾ ਨੂੰ ਵੈਸੇ ਹੀ ਪੈਸੇ ਇੰਨੇ ਨਹੀਂ ਹੈਗੇ ਤੇ ਕਿੰਨਾ ਸਾਨੂੰ ਖਰਚਾ ਕਰਨਾ ਪੈ ਰਿਹਾ, ਕਿਉਂ ਨਾ ਅਸੀਂ ਕੁਝ ਭਾਈ ਰਹਿਣ ਦਈਏ ਤੇ ਇਹਦੀ ਜਗ੍ਹਾ ਅਸੀਂ ਬਾਹਰੋਂ ਬੰਦੇ ਬੁਲਾ ਕੇ ਉਹਨਾਂ ਕੋਲੋਂ ਜੋਤ ਕੰਮ ਲੋੜ ਪੇ ਕਰਾ ਲਿਆ ਕਰਾਂਗੇ। ਸੋ ਦਾਦੀ ਨੇ ਕਿਹਾ ਕਿ ਇਹ ਜਿਹੜੇ ਤੁਹਾਨੂੰ ਲੱਗ ਰਹੇ ਹੈ ਐਕਚੁਅਲੀ ਇਹਨਾਂ ਨੂੰ ਖਿਲਾਉਣ ਵਾਲਾ ਪਲਾਨ ਵਾਲਾ ਇੱਥੇ ਰੱਖਣ ਵਾਲੀ ਉਹ ਮੈਂ ਨਹੀਂ ਹੈਗੀ, ਉੱਪਰ ਵਾਲਾ ਹੈਗਾ, ਸੋ ਆਪੇ ਕਰਨਗੇ ਜੋ ਇਹਨਾਂ ਦੇ ਭਾਗਿਆ ਵਿੱਚ ਹੈਗਾ। ਸੋ ਉਹ ਜਦ ਹੈ ਉਹ ਭਰਾਵਾਂ ਤੱਕ ਇਹ ਗੱਲ ਪਹੁੰਚੀ, ਉਹਨਾਂ ਨੂੰ ਲੱਗਿਆ ਕਿ ਇੰਨਾ ਰਹਿਮ ਭਾਵ ਸਾਡੇ ਵੱਲ, ਇੰਨਾ ਸਾਡੀ ਕੇਅਰ, ਅਸੀਂ ਉਹਨਾਂ 'ਚੋਂ ਕਿਸੇ ਨੂੰ ਲੱਗਿਆ ਵੀ ਕਿ ਅਸੀਂ ਦੀ ਪੂਰੀ ਤਰ੍ਹਾਂ ਸੇਵਾ ਨਹੀਂ ਵੀ ਕਰ ਰਹੇ। ਸੋ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਉਹਨਾਂ ਨੇ ਹੋਰ ਉਹ ਮੋਟੀਵੇਟ ਹੋ ਗਏ, ਉਹਨਾਂ ਨੇ ਆਪਣੀ ਦਿਲੋਂ ਜਾਨ ਜਿੰਜ ਲਗਾਉਣਾ ਸ਼ੁਰੂ ਕਰਤਾ ਤੇ ਉਹਦੇ ਬਾਅਦ ਸੰਸਥਾ ਕਿੱਥੇ ਦੀ ਕਿੱਥੇ ਪਹੁੰਚ ਗਈ। ਸੋ ਇੱਕ ਤੁਹਾਡੀ ਡਿਸੀਜਨ ਜੋ ਉਸ ਵੇਲੇ ਲੱਗਦੀ ਹੈ ਕਿਸੇ ਨੂੰ ਕਿ ਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਨੋਰਮਲ ਇਨਸਾਨ ਹੈ ਦੇਖਦਾ ਕਿ ਠੀਕ ਹੈ ਲੋੜ ਨਹੀਂ ਹੈਗੀ, ਤੁਸੀਂ ਲੋਕਾਂ ਨੂੰ ਜਾਣਦੇ ਹੋ, ਤਾਂ ਮਗਰ ਹਿਊਮਨ ਐਸਪੈਕਟ ਅਸੀਂ ਮਿਸ ਕਰ ਜਾਂਦੇ ਹਾਂ ਕੰਮ ਦਾ। ਇੱਕ ਹੋਰ ਚੀਜ਼ ਜੋ ਤੁਸੀਂ ਦੱਸੀ ਕਿ ਰਹਿਮ ਦਿਲ ਹੋਣਾ ਚਾਹੀਦਾ ਹੈ ਇੱਕ ਬੌਸ ਨੂੰ ਜਾਂ ਫਿਰ ਜੋ ਮੈਨੇਜਮੈਂਟ ਸੰਭਾਲ ਰਿਹਾ ਹੈ, ਇਹਦੇ 'ਚ ਇੱਕ ਐਗਜ਼ਾਮਪਲ ਇਹੋ ਜਿਹਾ ਵੀ ਆਉਂਦਾ ਹੈ ਕਿ ਅਗਰ ਕੋਈ EMPLOYE ਹੈ ਉਹ ਵਾਰ-ਵਾਰ ਸੇਮ ਮਿਸਟੇਕ ਕਰੀ ਜਾ ਰਿਹਾ ਹੈ ਜਿਹਦੇ ਨਾਲ ਮੈਨੇਜਮੈਂਟ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਇਸ ਸਿਚੁਏਸ਼ਨ 'ਚ ਬੌਸ ਕਿੰਨਾ ਰਹਿਮ ਦਿਲ ਹੋ ਸਕਦਾ? ਦੇਖੋ ਕੋਈ ਵੀ ਸਿਚੁਏਸ਼ਨ ਨੂੰ ਰਿਸਪੌਂਡ ਕਰਨ ਦੇ ਦੋ ਤਰੀਕੇ ਹੈ, ਜਾਂ ਤੁਸੀਂ ਗੁੱਸੇ ਨਾਲ ਕਰੋਗੇ ਜਾਂ ਰਹਿਮ ਨਾਲ ਕਰੋਗੇ। ਜੇ ਤੁਸੀਂ ਗੁੱਸੇ ਨਾਲ ਕਰੋਗੇ ਤੇ ਅਗਲਾ ਜੋ ਗਲਤੀ ਕਰ ਰਿਹਾ ਉਹ ਹੋਰ ਜ਼ਿਆਦਾ ਡੀਮੋਟੀਵੇਟ ਹੋ ਜਾਏਗਾ,
ਉਹਦੀ ਜਿੰਨੀ ਵੀ ਤੁਹਾਡੇ ਵੱਲ ਲਾਇਲਟੀ ਉਹ ਹੋਰ ਘਟ ਜਾਏਗੀ। ਹੂੰ ਜਦੋਂ ਹੋਰ ਘਟੇਗੀ ਤੇ ਜਿੰਨੀ ਉਹਦੀ ਪਰਫਾਰਮੈਂਸ ਸੀਗੀ ਉਹ ਹੋਰ ਵੀ ਥੱਲੇ ਚੱਲ ਜਾਏਗੀ। ਹੂੰ ਇਹਦੇ ਵਿਪਰੀਤ ਜਦ ਤੁਸੀਂ ਥੋੜ੍ਹੇ ਰਹਿਮ ਨਾਲ ਕਰੋਗੇ, ਉਹ ਆਪਣੇ ਆਪ ਨੂੰ ਸਗੋਂ ਹੋਰ ਫਿਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੇਗਾ। ਹੂੰ ਪਰ ਇਹਦੇ ਨਾਲ ਬਾਕੀ EMPLOYEES 'ਤੇ ਅਸਰ ਨਹੀਂ ਹੋਏਗਾ, ਕਿਉਂਕਿ ਉਹਨਾਂ ਨੂੰ ਤਾਂ ਇਹ ਦੇਖਣ ਨੂੰ ਲੱਗ ਰਿਹਾ ਹੈ, ਮਿਲ ਰਿਹਾ ਹੈ ਕਿ ਇਹਨੇ ਗਲਤੀ ਕੀਤੀ, ਲੇਕਿਨ ਉਸ ਚੀਜ਼ 'ਤੇ ਗੁੱਸਾ ਕਰਨ ਦੀ ਬਜਾਏ ਸਾਹਮਣੇ ਵਾਲਾ ਜਾਂ ਬੌਸ ਜੋ ਵੀ ਹੈ ਉਹਨੂੰ ਰਹਿਮ ਦਿਲ ਨਾਲ ਹੋਰ ਸਮਝਾ ਰਿਹਾ ਹੈ ਜਾਂ ਪਿਆਰ ਨਾਲ ਸਮਝਾ ਰਿਹਾ ਹੈ, ਅਤੇ ਜੋ ਬਾਕੀ EMPLOYEES ਨੇ ਉਹਨਾਂ 'ਤੇ ਇਹਦਾ ਬੁਰਾ ਅਸਰ ਨਹੀਂ ਪਏਗਾ। ਇਹਦਾ ਦੂਜਾ ਵੀ ਐਸਪੈਕਟ ਹੋ ਸਕਦਾ ਹੈ ਕਿ ਜਿਹੜੇ ਬਾਕੀ ਦੇ EMPLOYEES ਹੈ ਉਹ ਹੂੰ ਸਗੋਂ ਹੀ ਹੋਰ ਮੋਟੀਵੇਟ ਹੋਣਗੇ ਕਿ ਇਹ ਹੂੰ ਮੈਨੇਜਮੈਂਟ ਇਹੋ ਜਿਹੀ ਰਹਿਮਦਿਲ ਮੈਨੇਜਮੈਂਟ ਹੈ, ਗਲਤੀ ਨੂੰ ਵੀ ਜਿੰਜ ਕਿ ਸਮਾ ਰਹੀ ਹੈ, ਪਿਆਰ ਨਾਲ ਸਮਝਾ ਰਹੀ ਹੈ, ਅਤੇ ਕੱਲ੍ਹ ਨੂੰ ਜੇ ਅਸੀਂ ਗਲਤੀ ਕਰਾਂਗੇ ਤਾਂ ਸਾਡੇ ਨਾਲ ਵੀ ਇਹੋ ਜਿਹਾ ਵਰਤਾਵ ਹੀ ਹੋਏਗਾ। ਹੂੰ ਸੋ ਹੋਰ ਜ਼ਿਆਦਾ ਮੋਟੀਵੇਟ ਹੋਣਗੇ ਸਗੋਂ। ਹੂੰ ਦੂਜਾ ਰਹਿਮਦਿਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਗਲੇ ਨੂੰ ਕੁਝ ਕਹਿ ਨਹੀਂ ਸਕਦੇ, ਤੁਸੀਂ ਕਹਿ ਸਕਦੇ ਹੋ, ਬਟ ਗੁੱਸੇ ਵਿੱਚ ਆਣਾ ਤੇ ਸਿਰਫ ਆਪਣੀ ਗੱਲ ਨੂੰ ਐਡਰੈਸ ਕਰਨਾ, ਇਹ ਦੋਨਾਂ 'ਚ ਫਰਕ ਹੋ ਗਿਆ। ਕਿਉਂਕਿ ਜਦ ਅਸੀਂ ਗੁੱਸੇ ਵਿੱਚ ਆਉਂਦੇ ਹਾਂ, ਅਸੀਂ ਕਿਸੇ ਇਮੋਸ਼ਨ ਵਿੱਚ ਆਉਂਦੇ ਹਾਂ, ਅਸੀਂ ਡਰ ਵਿੱਚ ਆਉਂਦੇ ਹਾਂ ਆਪੇ ਜਾਂ ਅਗਲੇ ਨੂੰ ਡਰ 'ਚ ਪਾਉਂਦੇ ਹਾਂ, ਤੇ ਸਾਡੀ ਨਿਰਣੇ ਸ਼ਕਤੀ ਫਿਰ ਬਿਲਕੁਲ ਜਿੰਜ ਖਤਮ ਹੋ ਜਾਂਦੀ ਹੈ। ਬਿਲਕੁਲ। ਔਰ ਸਹੀ ਡਿਸੀਜਨ ਲੈਣ ਲਈ ਆਪਣੇ ਬਿਜ਼ਨਸ 'ਚ ਮੈਨੇਜਮੈਂਟ ਅਸੀਂ ਕੀ ਸਟੈਪਸ ਚੁੱਕ ਸਕਦੇ ਹਾਂ? ਜਿੱਦਾਂ ਤੁਸੀਂ ਇਮੋਸ਼ਨਸ ਦੀ ਗੱਲ ਕੀਤੀ ਹੈ ਕਿ ਇਮੋਸ਼ਨਸ ਇੱਕਦਮ ਬਹੁਤ ਜ਼ਿਆਦਾ ਫੇਸ 'ਤੇ ਨਹੀਂ ਆਉਣੇ ਚਾਹੀਦੇ, ਜਾਂ EMPLOYEES ਨੂੰ ਬਹੁਤ ਜ਼ਿਆਦਾ ਇਮੋਸ਼ਨਲ ਹੋ ਕੇ ਟੈਕਲ ਨਹੀਂ ਕਰਨਾ ਚਾਹੀਦਾ, ਅਤੇ ਬਹੁਤ ਵਾਰ ਸਿਚੁਏਸ਼ਨਸ ਇਹੋ ਜਿਹੀ ਹੋ ਜਾਂਦੀ ਹੈ ਕਿ ਡਰ 'ਚ ਜਾਂ ਫਿਰ ਗੁੱਸੇ 'ਚ ਕੁਝ ਡਿਸੀਜਨ ਲੈਣੇ ਪੈਂਦੇ ਹੈ। ਇਸ ਸਿਚੁਏਸ਼ਨ 'ਚ ਕੀ ਕਰੇ? ਹਾਂ, ਜਦ ਇਨਸਾਨ ਡਰ 'ਚ ਜਾਂ ਐਂਗਜ਼ਾਇਟੀ ਵਿੱਚ ਹੋਏਗਾ ਤੇ ਡੈਫੀਨੇਟਲੀ ਉਹ ਡਿਸੀਜਨ ਗਲਤ ਹੋ ਜਾਂਦਾ ਹੈ ਪਹਿਲੇ ਤੇ। ਤੋ ਜਿਸ ਤਰ੍ਹਾਂ ਕਿ ਉਹ ਵੀ ਜਿਹੜੀ ਸਿਚੁਏਸ਼ਨ ਜੋ ਕਿ ਬੜੀ ਹਾਈ ਰਿਸਕ ਸਿਚੁਏਸ਼ਨਸ ਹੁੰਦੀਆਂ, ਜਿਸ ਤਰ੍ਹਾਂ ਡਾਕਟਰਸ ਵਾਸਤੇ, ਜਿਸ ਤਰ੍ਹਾਂ ਕਿ ਪਾਇਲਟਸ ਵਾਸਤੇ। ਹਾਲ ਹੀ ਇੱਕ ਵੀਡੀਓ ਸੀਗਾ ਜਿਹਦੇ ਵਿੱਚ ਇੱਕ ਡਾਕਟਰ ENT ਦੀ ਸਰਜਰੀ ਕਰ ਰਿਹਾ ਸੀਗਾ, ਅਤੇ ਉਹਦੇ ਵਿੱਚ ਬੜਾ ਐਕਸਪੀਰੀਅੰਸ ਡਾਕਟਰ ਸੀਗਾ ਵਿਦੇਸ਼ ਦੀ ਕੰਟਰੀ ਦਾ, ਅਤੇ ਐਨਐਸਥੈਟਿਸਟ ਵੀ ਐਕਸਪੀਰੀਅੰਸ ਸੀਗਾ। ਮਗਰ ਉਹਦੇ ਦੌਰਾਨ ਉਹਨਾਂ ਨੇ ਦੇਖਿਆ ਕਿ ਜਿਹੜੇ ਪੇਸ਼ੈਂਟ ਦੇ ਵਾਈਟਲਸ ਹੈਗੇ ਆ ਉਹ ਡਰੋਪ ਕਰ ਰਹੇ, ਅਤੇ ਪੇਸ਼ੈਂਟ ਦੀ ਬਰੀਥਿੰਗ ਵੀ ਠੀਕ ਨਹੀਂ ਹੋ ਰਹੀ, ਅਤੇ ਕਿਉਂਕਿ ਉਹ ਜਿਹੜਾ ਏਅਰਵੇ ਹੁੰਦਾ ਉਹ ਥੋੜ੍ਹਾ ਸੇਮ ਹੁੰਦਾ, ਸੋ ਥੋੜ੍ਹਾ ਇੱਕ ਔਖਾ ਹੁੰਦਾ ਐਨਐਸਥੈਟਿਸਟ ਨੂੰ ਵੀ ਮੈਨੇਜ ਕਰਨਾ। ਸੋ ਉਹਨਾਂ ਨੇ ਕਿਹਾ ਕਿ ਅਸੀਂ ਠੀਕ ਹੈ, ਇਸ ਪੇਸ਼ੈਂਟ ਨੂੰ ਅਸੀਂ ਇੰਟਿਊਬੇਟ ਕਰਨੇ ਹਾਂ, ਮਤਲਬ ਨਾਲੀ ਪਾਉਂਦੇ ਹਾਂ ਜਾਂ ਕੁਝ ਕਰਨੇ ਆ ਏਅਰਵੇ ਖੋਲ੍ਹਣ ਨੂੰ। ਮਗਰ ਉਹਨਾਂ ਕੋਲੋਂ ਉਹ ਨਹੀਂ ਹੋ ਪਾ ਰਿਹਾ ਸੀਗਾ। ਅੱਛਾ। ਜਦ ਉਹ ਨਹੀਂ ਹੋ ਪਾ ਰਿਹਾ ਸੀਗਾ ਤੇ ਸਡਨਲੀ ਉਹਦੇ ਵਿੱਚ ਇੱਕ ਐਂਗਜ਼ਾਇਟੀ ਦਾ ਮਾਹੌਲ ਆ ਗਿਆ, ਕਿਉਂਕਿ ਉਹ ਜਿਹੜੀ ਇੱਕ ਲੇਡੀ ਦੀ ਸਰਜਰੀ ਹੋ ਰਹੀ ਸੀਗੀ, ਜਿੰਨੇ ਐਕਸਪਲੇਨ ਕੀਤਾ, ਉਹ ਹਸਬੈਂਡ ਦੀ 2 ਬੇਟੀਆਂ ਸੀਗੀਆਂ, ਅਤੇ ਉਹਦੀ ਵਾਈਫ ਦੀ ਸਰਜਰੀ ਸੀਗੀ ਬਾਅਦ 'ਚ, ਜਿੰਨੇ ਰਿਲੇਟ ਕੀਤਾ ਐਗਜ਼ਾਮਪਲ। ਅਤੇ ਉੱਥੇ ਫਿਰ ਉਹਨਾਂ ਨੇ ਹੋਰ ਵੀ ਹਸਪੀਟਲ ਦੇ ਬਾਕੀ ਸਟਾਫ ਨੂੰ ਬੁਲਾ ਲਿਆ, ਇੱਕ ਜਿੰਜ ਰੈੱਡ ਅਲਰਟ ਕ੍ਰੀਏਟ ਕਰ ਲਿਆ, ਹੋਰ ਵੀ ਨਰਸਿਸ ਆ ਗਏ, ਇੱਕ ਐਨਐਸਥੈਟਿਸਟ ਹੋਰ ਵੀ ਆ ਗਿਆ, ਅਤੇ ਜਿਹੜੇ ਮਗਰ ਡਾਕਟਰ ਅਤੇ ਐਨਐਸਥੈਟਿਸਟ ਦੇ ਉਹੀ ਕੋਸ਼ਿਸ਼ ਕਰੇ ਗਏ ਕਿ ਅਸੀਂ ਕਿਸੇ ਤਰ੍ਹਾਂ ਇਸ ਪੇਸ਼ੈਂਟ ਨੂੰ ਇੰਟਿਊਬੇਟ ਕਰ ਲਈਏ ਅਤੇ ਇਸ ਪੇਸ਼ੈਂਟ ਨੂੰ ਬਚਾ ਲਈਏ, ਠੀਕ ਹੈ। ਮਗਰ ਮਾਹੌਲ ਫਿਰ ਵੀ ਬਣ ਗਿਆ ਸੀ ਉਹੋ ਜਿਹਾ, ਇੱਕ ਐਂਗਜ਼ਾਇਟੀ ਦਾ, ਇੱਕ ਤਣਾਅ ਦਾ ਮਾਹੌਲ ਬਣ ਗਿਆ ਸੀਗਾ। ਅਤੇ ਜਦ ਇਹੋ ਜਿਹਾ ਮਾਹੌਲ ਵੀ ਬਣਦਾ, ਕਦੇ ਕਦੇ ਸਾਡੇ ਮਨ ਦੇ ਅੱਗੇ ਇੱਕ ਬਲਾਈਂਡ ਸਪੋਟ ਆ ਜਾਂਦਾ, ਅਸੀਂ ਫਿਰ ਖੁੱਲ੍ਹ ਕੇ ਦੇਖ ਨਹੀਂ ਪਾਉਂਦੇ। ਉੱਥੇ ਵਿੱਚ ਥੋੜ੍ਹੀ ਹੈ ਨਾ, ਇੱਕ ਨਰਸਿਸ ਆ ਗਈਆਂ ਉੱਥੇ। ਜਦੋਂ ਨਰਸਿਸ ਆਈਆਂ, ਉਹਨਾਂ ਨੇ ਇਹ ਸਿਚੁਏਸ਼ਨ ਦੇਖੀ, ਅਤੇ ਉਹਨਾਂ ਨੇ ਦੇਖਿਆ ਕਿ ਇੰਨੇ 8-10 ਮਿੰਟ ਹੋ ਗਏ ਅਤੇ ਹਾਲੇ ਤੱਕ ਪੇਸ਼ੈਂਟ ਨੂੰ ਇਹ ਬਚਾ ਨਹੀਂ ਪਾ ਰਹੇ, ਤਾਂ ਉਹਨੇ ਕਿਹਾ ਕਿਉਂ ਨਾ ਕਿ ਮੈਂ ਇੱਕ ਟ੍ਰਿਕੋਸਟਮੀ ਕਿੱਟ ਲੈ ਆਵਾਂ। ਟ੍ਰਿਕੋਸਟਮੀ ਕਿੱਟ ਹੁੰਦੀ ਹੈ ਕਿ ਜਿਹਦੇ ਨਾਲ ਤੁਸੀਂ ਟ੍ਰਿਕੋਸਟਮੀ ਕਰਦੇ ਹੋ, ਇੱਥੇ ਇੱਕ ਕੱਟ ਕਰਕੇ ਅਤੇ ਉੱਥੇ ਬਰੀਦਿੰਗ ਉੱਥੋਂ ਸ਼ੁਰੂ ਕਰ ਦਿੰਦੇ ਹੋ। ਸੋ ਉਹ ਲੈ ਆਈ, ਅਤੇ ਉਹਨੇ ਆ ਕੇ ਅਨਾਊਂਸ ਕਰਤਾ ਕਿ ਜੀ ਟ੍ਰਿਕੋਸਟਮੀ ਕਿੱਟ ਮੈਂ ਲੈ ਆਈ ਹਾਂ ਅਤੇ ਤੁਸੀਂ ਉਹ ਕਰ ਸਕਦੇ ਹੋ। ਮਗਰ ਕਿਉਂਕਿ ਅਸੀਂ ਇਮੋਸ਼ਨਸ ਦੀ ਗੱਲ ਕਰ ਰਹੇ ਹਾਂ, ਜਿਹੜੇ ਡਾਕਟਰਸ ਹੈਗੇ ਹੈ, ਇਹ ਰੀਅਲ ਸਿਚੁਏਸ਼ਨ ਹੈਗੀ ਹੈ, ਉਹ ਇੰਨੇ ਜ਼ਿਆਦਾ ਉੱਥੇ ਇਮੋਸ਼ਨਲ ਸੀਗੇ, ਇੰਨਾ ਜ਼ਿਆਦਾ ਐਂਗਜ਼ਾਇਟੀ ਦਾ ਮਾਹੌਲ, ਕਿਉਂਕਿ ਉਹ ਪੇਸ਼ੈਂਟ ਦੇ ਮਰਨ ਦੀ ਗੱਲ ਵੀ ਆ ਗਈ। ਅਤੇ ਅੱਜ ਕੱਲ੍ਹ ਜਦ ਪੇਸ਼ੈਂਟ ਕੋਈ ਸਡਨਲੀ ਇੰਝ OT ਟੇਬਲ 'ਤੇ ਮਰ ਜਾਂਦਾ ਹੈ, ਅਤੇ ਕਿੰਨਾ ਵੱਡਾ ਇੱਕ ਉਹ ਬਣ ਜਾਂਦਾ ਹੈ ਮਾਹੌਲ ਬਾਹਰ ਵੀ। ਸੋ ਡਾਕਟਰਸ ਉਸ ਗੱਲ ਨੂੰ ਕੈਚ ਹੀ ਨਹੀਂ ਕਰ ਪਾਏ, ਐਂਡ ਉਸ ਨਰਸ ਦੀ ਗੱਲ ਵੱਲ ਉਹ ਅਟੈਂਸ਼ਨ ਦੇ ਹੀ ਨਹੀਂ ਪਾਏ, ਹਾਲਾਂਕਿ ਉਹ ਸਟਰੇਟ ਬੇਸਿਕ ਡਿਸੀਜਨ ਸੀਗਾ। ਸੋ ਤੁਹਾਡੇ ਇਮੋਸ਼ਨਲ ਹੋਣ ਨਾਲ ਤੁਹਾਡੀ ਜ਼ਿੰਦਗੀ ਨਿਰਣੇ ਸ਼ਕਤੀ, ਤੁਹਾਡਾ ਓਪਨਲੀ ਦੇਖਣ ਦੀ ਸ਼ਕਤੀ, ਉਹ ਬਿਲਕੁਲ ਜਿੰਜ ਗਾਇਬ ਹੋ ਗਈ। ਸੋ ਉਹਨਾਂ ਨੇ ਉਹ ਪੇਸ਼ੈਂਟ ਨੂੰ ਫਿਰ ਥੋੜ੍ਹੀ ਦੇਰ ਬਾਅਦ, ਤਾਂ ਕਿ ਉਹਦੀ ਨੈਚੁਰਲੀ ਉਹ ਪੇਸ਼ੈਂਟ ਐਨੈਸਥੀਸੀਆ ਤੋਂ ਬਾਹਰ ਆ ਜਾਏਗਾ, ਉਹਨਾਂ ਨੇ ਜਿੰਜ ਰਿਕਵਰੀ ਸ਼ਿਫਟ ਕਰਤਾ ਐਂਡ ਸ਼ਿਫਟ ਕੀਤਾ, ਬਟ ਫਾਈਨਲੀ ਉਹ ਪੇਸ਼ੈਂਟ ਨੂੰ ਉਹ ਬਚੀ ਨਹੀਂ।
ਤੇ ਉਹ ਮਰ ਗਈ। ਠੀਕ ਹੈ ਨਾ। ਐਂਡ ਬਾਅਦ 'ਚ ਜਿਹਨੇ ਰਿਲੇਟ ਕੀਤਾ, ਜਿਵੇਂ ਮੈਂ ਦੱਸਿਆ, ਉਹ ਆਪਣੀ ਬੇਟੀਆਂ, 2 ਛੋਟੀ ਬੇਟੀਆਂ ਸੀਗੀਆਂ। ਐਂਡ ਹੁਣ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਵਿੱਚ ਹੋਰ ਇਮੋਸ਼ਨਲ ਹੋ ਕੇ ਅਗਲੇ ਨੂੰ ਕੋਰਟ ਵਿੱਚ ਲੈ ਕੇ ਜਾਏਗਾ, ਇਹ ਸਾਰੀ ਸਿਚੁਏਸ਼ਨ ਬਣ ਜਾਂਦੀ ਹੈ। ਲੇਕਿਨ ਉਹ ਵੀ ਇਨਸਾਨ ਨੇ ਮੈਚੁਰਿਟੀ ਸ਼ੋਅ ਕੀਤੀ ਤੇ ਉਹਨੇ ਵੀ ਕਿਹਾ ਕਿ ਹਰ ਇਹੋ ਜਿਹੀ ਚੀਜ਼ ਵਿੱਚ ਇੱਕ ਹਿਊਮਨ ਐਂਗਲ ਵੀ ਹੈਗਾ। ਉਹ ਹਿਊਮਨ ਐਂਗਲ ਨੂੰ ਵੀ ਸਾਨੂੰ ਦੇਖਣਾ ਪੈਂਦਾ ਇਹੋ ਜਿਹੀ ਸਿਚੁਏਸ਼ਨਸ ਹੈਗੀਆਂ। ਸੋ ਆਪਣੇ ਇਮੋਸ਼ਨਲਸ 'ਤੇ ਕਾਬੂ ਰੱਖ ਕੇ, ਆਪਣੇ ਮਾਈਂਡ ਨੂੰ ਓਪਨ ਰੱਖ ਕੇ, ਸ਼ਾਂਤ ਰੱਖ ਕੇ, ਸਾਡਾ ਮਾਈਂਡ ਕਲੀਅਰ ਹੋ ਜਾਂਦਾ। ਜਿੰਨਾ ਮਾਈਂਡ ਕਲੀਅਰ ਰਹਿੰਦਾ ਤੇ ਸਾਨੂੰ ਹੋਰ ਵੀ ਆਪਸ਼ਨ ਨਜ਼ਰ ਆਉਂਦੀਆਂ। ਨਹੀਂ ਤਾਂ ਜਿਹੜਾ ਸਾਡਾ ਮਾਈਂਡ ਕਲੀਅਰ ਤੇ ਸ਼ਾਂਤ ਨਾ ਹੋਏ ਤੇ ਸਾਡੀ ਆਪਸ਼ਨ ਜ਼ਿੰਦਗੀ ਦੀ ਜੋ ਕਿ ਬੰਦ ਹੋ ਜਾਂਦੀਆਂ। ਬਿਲਕੁਲ। ਇੱਕ ਹੋਰ ਇਹਦੇ 'ਚ ਗੱਲ ਹੈ ਕਿ ਜੇ ਸਾਡਾ ਜਦ ਕਦੇ ਇਹੋ ਜਿਹਾ ਮਾਹੌਲ ਹੁੰਦਾ ਹੈ, ਬਹੁਤ ਗੁੱਸੇ ਦਾ, ਬਹੁਤ ਹਾਈ ਇਮੋਸ਼ਨ ਦਾ, ਸਾਡਾ ਹਾਰਟ ਰੇਟ, ਪਲਸ ਰੇਟ ਵੱਧ ਜਾਂਦਾ। ਜਦ ਇਹ ਰੇਟ 145 ਦੇ ਉੱਪਰ ਜਾਣਾ ਸ਼ੁਰੂ ਹੋ ਜਾਏ ਤੇ ਸਾਡੀ ਨਿਰਣੇ ਸ਼ਕਤੀ ਜਿੰਨੀ ਬਿਲਕੁਲ ਘੱਟ ਹੋ ਜਾਂਦੀ ਹੈ। ਐਂਡ ਅਸੀਂ ਫਿਰ ਬਿਲਕੁਲ ਕਰ ਨਹੀਂ ਪਾਉਂਦੇ, ਜੋ ਵੀ ਅਸੀਂ ਕਰਨਾ ਪਾਉਂਦੇ ਸਾਨੂੰ ਪਤਾ ਨਹੀਂ ਚੱਲਦਾ ਹੋ ਕੀ ਰਿਹਾ। ਬਿਕੋਜ਼ ਸਟ੍ਰੈਸ ਵੱਧ ਜਾਂਦਾ ਹੈ, ਡਰ ਵੱਧ ਜਾਂਦਾ ਹੈ, ਔਰ ਡਰ 'ਚ ਲਿੱਤਾ ਹੋਇਆ ਕੋਈ ਵੀ ਡਿਸੀਜਨ ਉਹ ਸਹੀ ਨਹੀਂ ਹੁੰਦਾ। ਤੇ ਫਿਜ਼ੀਓਲੋਜੀਕਲੀ ਵੀ ਅਸੀਂ ਸਾਡਾ ਬਿਹੇਵੀਅਰ, ਸਾਡੇ ਐਕਸ਼ਨ, ਸਾਡੀ ਸਾਈਕੋਲੋਜੀ, ਸਭ ਕੁਝ ਉਹਦੇ ਨਾਲ ਇਫੈਕਟ ਹੋ ਜਾਂਦਾ। ਐਂਡ ਜਿੰਨਾ ਇਨਸਾਨ ਇਮੋਸ਼ਨਲ ਹੁੰਦਾ ਹੈ ਉਹਨਾਂ ਉਹਦੀ ਫਿਜ਼ੀਕਲ ਹੈਲਥ ਵੀ ਨਾਲ ਅਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ, ਮਤਲਬ ਇਹ ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਜੋ ਨੇ ਉਹ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਹੈ। ਇਸ ਲਈ ਕਹਿੰਦੇ ਕਿ ਬਿਜ਼ਨਸ ਕਰਨਾ ਸੌਖਾ ਨਹੀਂ ਹੈ। ਇਮੋਸ਼ਨਸ ਦੀ ਜਿੱਦਾਂ ਤੁਸੀਂ ਗੱਲ ਕੀਤੀ, ਅਤੇ ਇਮੋਸ਼ਨਸ ਅਸੀਂ ਡਿਸੀਜ਼ਨ ਤਾਂ ਸਾਡੇ ਡਾਇਰੈਕਟ ਉਹ ਹੁੰਦੇ ਹੀ ਹੈ, ਇਫੈਕਟ ਹੁੰਦੇ ਹੈ। ਇਹਦੇ 'ਚ ਸਾਡੀ ਹੈਲਥ ਕਿੰਨੀ ਇਫੈਕਟ ਹੁੰਦੀ ਹੈ? ਬਿਲਕੁਲ, ਬਿਕੋਜ਼ ਜਦ ਬੰਦਾ ਇਮੋਸ਼ਨਲ ਹੁੰਦਾ ਹੈ ਉਹਦੀ ਸਾਈਕੋਲੋਜੀ ਅਤੇ ਉਹਦੀ ਫਿਜ਼ੀਓਲੋਜੀ ਦੋਨੋਂ ਇਫੈਕਟ ਹੋ ਜਾਂਦੇ ਹੈ। ਫਿਜ਼ੀਓਲੋਜੀਕਲੀ ਤੁਸੀਂ ਕਹਿੰਦੇ ਹੋ ਕਿ ਜਿਹੜੇ ਇਨਸਾਨ ਜ਼ਿਆਦਾ ਇਮੋਸ਼ਨਲ ਹੁੰਦੇ ਆ ਨਾ, ਉਹਨਾਂ ਦਾ ਏਜਿੰਗ ਪ੍ਰੋਸੈਸ ਵੀ ਜ਼ਿਆਦਾ ਜਲਦੀ ਹੋ ਜਾਂਦਾ। ਉਹਨਾਂ ਨੂੰ ਬਿਮਾਰੀਆਂ ਵੀ ਜ਼ਿਆਦਾ ਲੱਗ ਜਾਂਦੀਆਂ। ਅਤੇ ਕਦੇ ਕਦੇ ਸਾਈਕੋਲੋਜੀਕਲੀ ਵੀ, ਜਿਸ ਤਰ੍ਹਾਂ ਹੁਣ ਇੱਕ ਪੇਰੈਂਟਸ ਨੇ ਆਪਣੀ ਛੋਟੀ ਲੜਕੀ ਨੂੰ ਹੋਸਟਲ ਭੇਜਿਆ, ਉਹ ਤੇ ਬੱਚੇ ਹੋਮਸਿਕ ਹੋ ਹੀ ਜਾਂਦੇ ਹੈ, ਅਤੇ ਉਹਨੇ ਉੱਥੇ ਜਾ ਕੇ ਕੰਪਲੇਨ ਕੀਤਾ, ਜੀ ਮੇਰੀ ਸਟਮਕ ਏਕ ਬੜੀ ਹੁੰਦੀ ਹੈ। ਸੋ ਟੀਚਰ ਨੇ ਕਿਹਾ ਕਿ ਕੋਈ ਨਹੀਂ, ਤੁਸੀਂ ਹੋ ਜਾਂਦਾ ਬੱਚਿਆਂ ਨੂੰ ਸ਼ੁਰੂ ਵਿੱਚ, ਮਗਰ ਉਹ ਪੇਰੈਂਟਸ ਬੜੇ ਹੋ ਗਏ ਇਮੋਸ਼ਨਲ। ਉਹ ਬੱਚਾ ਕੰਪਲੇਨ ਕਰੇ, ਜੀ ਮੇਰੀ ਤਾਂ ਇੱਥੇ ਪੇਟ ਦਰਦ ਹੁੰਦੀ ਹੈ। ਉਹਨੂੰ ਬੱਚੇ ਨੂੰ ਐਕਚੁਅਲੀ ਲੱਗਦਾ ਵੀ ਸੀਗਾ, ਮਗਰ ਇਮੋਸ਼ਨਸ ਨਾਲ ਵੀ ਤੁਹਾਡੀ ਫਿਜ਼ੀਓਲੋਜੀਕਲੀ ਅਫੈਕਟ ਹੁੰਦੀ ਹੈ। ਉਹ ਬੱਚੇ ਨੂੰ ਘਰ ਲਿਆਏ, ਪਹਿਲੇ ਵੱਡੇ ਡਾਕਟਰਾਂ ਕੋਲ, ਵੱਡੇ ਹਸਪਤਾਲਾਂ 'ਚ ਲੈ ਗਏ, ਫਿਰ ਲਿਜਾ ਕੇ ਬੱਚੇ ਦੀ ਐਂਡੋਸਕੋਪੀ ਕਰਾਤੀ, ਐਕਚੁਅਲੀ ਬੜੇ ਸਾਰੇ ਟੈਸਟ ਕਰਾਤੇ, ਤੇ ਐਕਚੁਅਲੀ ਕੁਝ ਵੀ ਨਹੀਂ ਨਿਕਲਿਆ। ਅੱਛਾ। ਸੋ ਇਹ ਇਮੋਸ਼ਨਸ ਦੀ ਗੇਮ ਐਕਚੁਅਲੀ ਬਹੁਤ ਇੰਪੋਰਟੈਂਟ ਹੈ, ਇਹਨੂੰ ਸਮਝਣਾ। ਸੋ ਫਾਈਨਲੀ ਉਹ ਬੱਚੇ ਨੂੰ ਫਿਰ ਦੁਬਾਰਾ ਉੱਥੇ ਦਾਖਲ ਹੋਇਆ। ਉਹ ਜਦ ਮੈਂਟਲੀ ਸੈਟਲ ਹੋਈ ਤੇ ਉਹਦੀ ਪੇਟ ਦਰਦ ਵੀ ਠੀਕ ਹੋ ਗਈ। ਅੱਛਾ, ਮਤਲਬ ਇਹ ਜਿੰਨਾ ਵੀ ਬਹੁਤ ਸਾਰੀ ਚੀਜ਼ਾਂ ਸਾਡੇ ਦਿਮਾਗ 'ਚ ਉੱਦਾਂ ਵੀ ਹੁੰਦੀਆਂ ਹੈ ਕਿ ਨਹੀਂ ਹੋ ਕੇ ਵੀ ਅਸੀਂ ਸੋਚਦੇ ਹਾਂ ਕਿ ਇੱਕਦਮ ਕੁਝ ਸਮਝ ਨਹੀਂ ਆਉਂਦਾ ਸਾਨੂੰ ਐਂਡ ਟਾਈਮ 'ਤੇ ਡਿਸੀਜ਼ਨ ਕੀ ਲੈਣਾ ਹੈ। ਹੁਣ ਜੇ ਮੈਂ ਇਹ ਸਿੱਧਾ ਤੁਹਾਡੇ ਕੋਲੋਂ ਪੁੱਛਾਂ, ਇਮੋਸ਼ਨਸ ਦੀ ਜੇ ਆਪਣੀ ਗੱਲ ਨਿਕਲ ਆਈ ਹੈ, ਅਤੇ ਬਹੁਤ ਵਾਰ ਇਹੋ ਜਿਹਾ ਹੁੰਦਾ ਹੈ ਵਰਕ ਪਲੇਸ 'ਤੇ ਕਿ ਕੁਛ ਚੀਜ਼ਾਂ ਐਮਪਲੋਈਜ਼ ਕੋਲੋਂ ਇਹੋ ਜਿਹੀਆਂ ਹੋ ਜਾਂਦੀਆਂ ਜੋ ਬਿਲਕੁਲ ਮਾਫ਼ ਕਰਨ ਲਾਇਕ ਨਹੀਂ ਹੁੰਦੀਆਂ। ਇਹੋ ਜਿਹੀ ਸਿਚੁਏਸ਼ਨ 'ਚ ਗੁੱਸਾ ਆਉਂਦਾ ਹੀ ਆਉਂਦਾ ਹੈ ਔਰ ਇਮੋਸ਼ਨਸ ਬਾਹਰ ਨਿਕਲ ਹੀ ਜਾਂਦੇ। ਇਸ ਸਿਚੁਏਸ਼ਨ 'ਚ ਕਿੱਦਾਂ ਹੈਂਡਲ ਕਰਨਾ ਚਾਹੀਦਾ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਗੁੱਸਾ ਆ ਹੀ ਜਾਂਦਾ ਹੈ, ਸੋ ਓਬਵੀਅਸਲੀ ਸਾਡਾ ਲਕਸ਼ ਹੈਗਾ ਕਿ ਆਪਣੇ ਗੁੱਸੇ ਨੂੰ ਕੰਟਰੋਲ ਕਰੀਏ। ਸੋ ਸਭ ਤੋਂ ਪਹਿਲੇ ਇਹੋ ਜਿਹੀ ਸਿਚੁਏਸ਼ਨ ਆਪਣੇ ਆਪ ਨੂੰ ਥੋੜ੍ਹਾ ਹੋਲਡ ਬੈਕ, ਆਪਣੇ ਆਪ ਨੂੰ ਰੋਕੀਏ ਅਸੀਂ ਜੋ ਵੀ ਕਰ ਰਹੇ ਹਾਂ। ਬਿਕੋਜ਼ ਗੁੱਸੇ ਵਿੱਚ ਅਸੀਂ ਬਹੁਤ ਕੁਝ ਕਦੇ ਗਲਤ ਕਰ ਦਿੰਦੇ ਹਾਂ ਅਤੇ ਅਗਲੇ ਦੀ ਪੂਰੀ ਇੱਕ ਲਾਈਫ ਨੂੰ ਅਫੈਕਟ ਕਰ ਦਿੰਦੇ ਹਾਂ। ਪਰ ਜਦੋਂ ਇਹ ਸਿਚੁਏਸ਼ਨ ਆਉਂਦੀ ਹੈ ਉਦੋਂ ਦਿਮਾਗ 'ਚ ਆਉਂਦਾ ਨਹੀਂ ਹੈ ਕਿ ਤੁਸੀਂ ਗੁੱਸਾ ਕੰਟਰੋਲ ਕਰਨਾ ਹੈ, ਉਹ ਤਾਂ ਨਿਕਲ ਜਾਂਦਾ ਹੈ। ਬਿਲਕੁਲ। ਸੋ ਜਦ ਤੁਹਾਡਾ ਨਿਕਲ ਹੀ ਗਿਆ, ਤੁਸੀਂ ਉਸ ਵੇਲੇ ਫਿਰ ਕੁਝ ਨਹੀਂ ਹੋ ਸਕਦਾ। ਸੋ ਐਸੇ ਕਰਕੇ ਇਹ ਇੱਕ ਅਵੇਅਰਨੈਸ ਅਸੀਂ ਡਿਵੈਲਪ ਕਰਨੀ ਹੈ ਕਿ ਜਦ ਵੀ ਕੁਝ ਹੁੰਦਾ ਹੈ, ਇੱਕ ਤਾਂ ਮੈਂ ਇਮੀਡੀਏਟਲੀ ਰਿਐਕਟ ਨਹੀਂ ਕਰਨਾ, ਮਗਰ ਉਸ ਤੋਂ ਵੀ ਪਹਿਲੇ ਕੋਈ ਬੰਦਾ ਪਹਿਲੇ ਤੋਂ ਹੀ ਡਿਸਾਈਡ ਕਰਕੇ ਬਹੁਤ ਸ਼ਾਂਤ ਹੁੰਦਾ, ਉਹ ਫਿਰ ਆਪਣੇ ਆਪ ਨੂੰ ਕੰਟਰੋਲ ਕਰ ਲੈਂਦਾ ਹੈ। ਪਰ ਜਿਹਦੀ ਨੇਚਰ ਹੀ ਇੰਝ ਹੁੰਦੀ ਹੈ ਕਿ ਜਿਹਨੂੰ ਇੱਕ ਹਲਕਾ ਜਿਹਾ ਟ੍ਰਿਗਰ ਹੀ ਚਾਹੀਦਾ ਹੁੰਦਾ, ਤੇ ਜੋ ਕਹਿੰਦੇ ਕਿ ਬੰਬ ਫਟ ਹੀ ਜਾਣਾ। ਸੋ ਜੇ ਤੁਹਾਡੀ ਉਹ ਨੇਚਰ ਤੁਸੀਂ ਬਣਾਈ ਹੈ ਤੇ ਫਿਰ ਉਹ ਉਂਝ ਹੋ ਹੀ ਜਾਏਗਾ। ਬਟ ਤੁਸੀਂ ਪਹਿਲੇ ਆਪਣੀ ਨੇਚਰ ਨੂੰ ਹੀ ਇਹੋ ਜਿਹਾ ਬਣਾਓ ਕਿ ਤੁਸੀਂ ਨੈਚੁਰਲੀ ਕਿਸੇ ਵੀ ਸਿਚੁਏਸ਼ਨ ਵਿੱਚ ਰਿਐਕਟ ਹੀ ਨਾ ਕਰੋ। ਤੁਸੀਂ ਪਹਿਲੀ ਇਹ ਤਿਆਰੀ ਕਰਕੇ ਜਾਓ। ਜਿਸ ਤਰ੍ਹਾਂ ਜੋ ਮੈਡੀਟੇਸ਼ਨ, ਯੋਗ ਅਸੀਂ ਕਰਦੇ ਹਾਂ, ਤੇ ਸਵੇਰੇ ਤੋਂ ਹੀ ਸਾਨੂੰ ਸੰਕਲਪ ਆਉਂਦੇ ਕਿ ਇਹ ਦੁਨੀਆ ਚੱਲ ਰਹੀ ਹੈ, ਕੁਛ ਨਾ ਕੁਛ ਗਲਤ ਹੋਣਾ ਹੈ।
ਤੁਹਾਡੇ ਕੰਮ ਤੇ ਜਾਓਗੇ ਕੁਝ ਨਾ ਕੁਝ ਗਲਤ ਹੋਣਾ ਹੀ ਹੈ, ਤੇ ਉਸ ਸਿਚੁਏਸ਼ਨ ਤੁਸੀਂ ਆਪਣੇ ਆਪ ਨੂੰ ਮੈਨੇਜ ਕਰੋ। ਤੁਸੀਂ ਆਪਣੇ ਨੂੰ ਦੂਜੇ ਦੇ ਸ਼ੂਜ਼ ਵਿੱਚ ਪਾਓ ਕਿ ਜੇ ਤੁਸੀਂ ਉਹਦੀ ਜਗ੍ਹਾ ਹੁੰਦੇ। ਇੱਕ ਡਾਕਟਰ, ਇੱਕ ਜੂਨੀਅਰ ਡਾਕਟਰ ਸੀਗਾ, ਉਹ ਹਾਲੇ ਆਪਰੇਸ਼ਨ ਥੀਏਟਰ ਵਿੱਚ ਆਪਣੇ ਸੀਨੀਅਰ ਦੇ ਨਾਲ ਜਿੰਜ ਆਪਰੇਸ਼ਨ ਕਰਾ ਰਿਹਾ ਸੀਗਾ। ਪਹਿਲੀ ਵਾਰ ਗਿਆ ਸੀ ਤੇ ਉਹਨੂੰ ਜਿੰਜ ਪਸੀਨਾ ਚੜ ਗਿਆ, ਪਸੀਨਾ ਚੜ ਗਿਆ ਤੇ ਹਲਕਾ ਜਿਹਾ ਉਹਦਾ ਇੱਕ ਬੂੰਦ ਉਹਦੇ ਸਵੈਟ ਦੀ, ਪੇਸ਼ੈਂਟ ਦੀ ਬਲੀਡਿੰਗ ਆਪਰੇਸ਼ਨ ਸਾਈਟ ਤੇ ਗਿਰ ਗਿਆ ਤੇ ਸਾਰਾ ਇਨਫੈਕਟ ਹੋ ਗਿਆ ਕੇਸ। ਡਾਕਟਰ ਨੇ ਜਿੰਜ ਉਹਨੂੰ ਬਾਹਰ ਹੀ ਕੱਢਤਾ ਉੱਥੋਂ, ਹਾਲੇ ਉਹਦਾ ਪਹਿਲਾ ਦਿਨ ਸੀਗਾ ਉੱਥੇ। ਸੋ ਉਸ ਡਾਕਟਰ ਦੇ ਦਿਲ ਤੇ ਇਹ ਗੱਲ ਪੂਰੀ ਜ਼ਿੰਦਗੀ ਵਿੱਚ ਰਹੀ ਕਿ ਮੈਨੂੰ ਬਾਹਰ ਹੀ ਕੱਢਤਾ ਕਿਸੇ ਥੀਏਟਰ 'ਚੋਂ। ਜਦ ਉਹ ਡਾਕਟਰ ਜਿਹਨੂੰ ਬਾਹਰ ਕੱਢਿਆ ਸੀਗਾ, ਜਦ ਉਹ ਸੀਨੀਅਰ ਹੋਇਆ ਤੇ ਜਦ ਉਹ ਸਰਜਰੀ ਕਰ ਰਿਹਾ ਸੀਗਾ ਤੇ ਇੱਕ ਜਿੰਜ ਵੈਸਲ ਫੜੇ ਦੇ ਹੁੰਦੇ ਹੈ, ਉਹਨੇ ਇੱਕ ਗਲਤ ਵੈਸਲ ਫੜ ਲਈ, ਜਿੱਥੋਂ ਬਲੀਡਿੰਗ ਸ਼ੁਰੂ ਹੋ ਗਈ ਤੇ ਸਾਰਾ ਆਪਰੇਸ਼ਨ ਉੱਥੇ ਖੂਨ ਹੋ ਗਿਆ ਤੇ ਆਪਰੇਸ਼ਨ ਨਹੀਂ ਕਰ ਸਕਿਆ। ਸੋ ਜਿਹੜਾ ਇਹ ਡਾਕਟਰ ਸੀਗਾ, ਇਹ ਵੀ ਉਹਦੇ ਨਾਲ ਰਿਐਕਟ ਕਰ ਸਕਦਾ ਸੀਗਾ, ਬਟ ਇਹਨੂੰ ਯਾਦ ਆ ਗਿਆ ਆਪਣੇ ਉਹ ਦਿਨ ਕਿ ਕਿਸੇ ਦਿਨ ਮੇਰੀ ਵੀ ਗਲਤੀ ਕਰਕੇ ਮੈਨੂੰ ਕਿਸੇ ਨੇ ਕੱਢਿਆ ਸੀਗਾ। ਸੋ ਇਹਨੇ ਕੁਛ ਨਹੀਂ ਕੀਤਾ, ਚਲੋ ਆਪਰੇਸ਼ਨ ਤੇ ਉਹ ਨਹੀਂ ਕਰ ਪਾਏ, ਕਿਸੇ ਤਰ੍ਹਾਂ ਇਹਨੇ ਉਹ ਬਲੀਡਰ ਫੜ ਕੇ ਬਲੀਡਿੰਗ ਬੰਦ ਕੀਤੀ, ਆਪਰੇਸ਼ਨ ਕਲੋਜ਼ ਕੀਤਾ ਤੇ ਖਤਮ ਕੀਤਾ। ਹੁਣ ਆਬਵੀਅਸਲੀ ਉਹ ਜੂਨੀਅਰ ਡਾਕਟਰ ਨੂੰ ਪਤਾ ਹੀ ਸੀ ਮੈਂ ਗਲਤੀ ਕੀਤੀ ਹੈ, ਮਗਰ ਜਿਸ ਤਰ੍ਹਾਂ ਕਹਿੰਦੇ ਕਿ ਇੱਕ ਫੋਰਗਿਵਨੈਸ, ਤੁਸੀਂ ਕਿਸੇ ਨੂੰ ਜਦ क्षमा ਕਰਦੇ ਹੋ, ਇਹ ਇੱਕ ਤੁਹਾਡੇ ਵਾਸਤੇ ਇੱਕ ਬੈਟਰ ਫੈਕਟਰ ਹੁੰਦਾ, ਤੁਹਾਡੀ ਸਿਹਤ ਵਾਸਤੇ ਵੀ ਇੱਕ ਬੈਟਰ ਫੈਕਟਰ ਹੁੰਦਾ। ਜੋ ਲੋਕ ਫੋਰਗਿਵ ਕਰਦੇ ਹੈ, ਈਵਨ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਲਾਈਫ ਵੀ ਜ਼ਿਆਦਾ ਲੌਂਗਰ ਹੁੰਦੀ ਹੈ। ਇੰਝ ਵੀ ਕੁਝ ਸਟੱਡੀਜ਼ ਹੈਗੀਆਂ ਜਿਨ੍ਹਾਂ ਦੀ ਜ਼ਿਆਦਾ ਫੋਰਗਿਵਿੰਗ ਨੇਚਰ ਹੁੰਦੀ ਹੈ। ਸੋ ਆਪਣੇ ਵਿੱਚ ਇਹੋ ਜਿਹੇ ਭਾਵ ਜਿੰਜ ਲੈ ਕੇ ਆਉਣਾ। ਬਿਲਕੁਲ। ਇੱਕ ਉਹਦੇ 'ਚ ਜੇ ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਇੱਕ ਅੱਛੀ ਮੈਨੇਜਮੈਂਟ ਚਲਾਉਣ ਲਈ, ਇੱਕ ਸਕਸੈਸਫੁਲ ਤਰੀਕੇ ਨਾਲ ਪੂਰੇ ਮੈਨੇਜਮੈਂਟ ਨੂੰ ਚਲਾਉਣ ਲਈ ਜੋ ਐਸਪੈਕਟਸ ਹੋਣੇ ਚਾਹੀਦੇ ਲਾਈਫ 'ਚ, ਜੋ ਤੁਸੀਂ ਦੱਸੇ, ਜਿੱਦਾਂ ਆਪਾਂ ਬਿਜ਼ਨਸ ਤਾਂ ਮੈਨੇਜ ਕਰ ਹੀ ਰਹੇ ਹਾਂ, ਲੇਕਿਨ ਇਹਦੇ ਨਾਲ ਇੱਕ ਇਨਸਾਨ ਨੂੰ ਆਪਣੇ ਅੰਦਰ ਇੱਕ ਅੱਛਾ ਮੈਨੇਜਮੈਂਟ ਲਿਆਉਣ ਲਈ ਕੀ ਕਰਨਾ ਚਾਹੀਦਾ? ਆਪਣੀ ਲਾਈਫ ਨੂੰ ਅੱਛਾ ਮੈਨੇਜ ਕਰਨ ਵਾਸਤੇ ਸਭ ਤੋਂ ਪਹਿਲੇ ਤੁਹਾਡੀ ਆਪਣੀ ਇੱਕ ਲਾਈਫ ਦਾ ਇੱਕ ਲਕਸ਼ ਹੋਏ ਕਿ ਮੈਂ ਜੋ ਹੈ ਜੀ ਰਿਹਾ ਕਿਸ ਵਾਸਤੇ ਜੀ ਰਿਹਾ ਤੇ ਮੇਰਾ ਜੀਵਨ ਕਿੱਧਰ ਵੱਲ ਜਾ ਰਿਹਾ। ਦੂਜਾ, ਮੇਰੇ ਜੀਵਨ ਵਿੱਚ ਮੈਂ ਸਪੋਜ਼ ਮੈਂ ਜ਼ਿਆਦਾ ਸਰੀਰ ਛੱਡ ਦੇਣਾ ਤੇ ਜਿਹਨੂੰ ਕਹਿੰਦੇ ਅੰਗਰੇਜ਼ੀ ਵਿੱਚ ਮੈਂ ਕੀ ਲੈਗੇਸੀ ਪਿੱਛੇ ਛੱਡ ਕੇ ਜਾ ਰਿਹਾ। ਲੈਗੇਸੀ ਮਤਲਬ ਫਾਈਨੈਂਸ਼ੀਅਲ ਲੈਗੇਸੀ ਨਹੀਂ, ਬਟ ਕੱਲ ਨੂੰ ਜੋ ਬੱਚੇ ਹੈ, ਸਮਾਜ ਹੈ, ਉਹ ਕਿਸ ਕਾਰਿਆ ਨੂੰ ਮੇਰੇ ਯਾਦ ਰੱਖਣਗੇ, ਮੇਰੇ ਕਿਸ ਗੁਣ ਨੂੰ, ਜਾਂ ਕੀ ਹੈਗਾ ਮੈਂ ਜੀਵਨ ਜੀਣ ਦਾ ਲਕਸ਼ ਹੀ ਕੀ ਹੈ, ਮੈਂ ਆਇਆ ਹੀ ਕਿਉਂ ਹੈ ਧਰਤੀ ਤੇ, ਮੈਂ ਜੋ ਵੀ ਕਰ ਰਿਹਾ ਕਰ ਹੀ ਕਿਉਂ ਰਿਹਾ। ਬਿਕੋਜ਼ ਬਹੁਤ ਵਾਰ ਜੀਵਨ ਇੰਝ ਹੀ ਨਿਕਲ ਜਾਂਦਾ ਹੈ ਤੇ ਉਹਦਾ ਕੋਈ ਲਕਸ਼ ਨਹੀਂ ਹੁੰਦਾ ਤੇ ਬਾਅਦ ਵਿੱਚ ਬੰਦਾ ਜਾ ਕੇ ਦੇਖਦਾ ਹੈ ਕਿ ਮੈਂ ਤੇ ਕੁਛ ਕੀਤਾ ਨਹੀਂ। ਜਿਸ ਤਰ੍ਹਾਂ ਅਸੀਂ ਰਹਿਮ ਦੀ ਗੱਲ ਕਰ ਰਹੇ ਹਾਂ, ਸੋ ਬਹੁਤ ਸਾਰੇ ਲੋਕ ਬਾਅਦ ਵਿੱਚ ਜਾ ਕੇ ਰਿਅਲਾਈਜ਼ ਕਰਦੇ ਆ ਕਿ ਮੇਰੇ ਕੋਲ ਇੰਨੀ ਸਿਚੁਏਸ਼ਨ ਸੀਗੀਆਂ ਜਦ ਮੈਂ ਕਿਸੇ ਦੀ ਮਦਦ ਕਰ ਸਕਦਾ ਸੀਗਾ, ਮੈਂ ਮਦਦ ਕੀਤੀ, ਮਗਰ ਮੈਂ ਪੂਰੀ ਤਰ੍ਹਾਂ ਮਦਦ ਨਹੀਂ ਕੀਤੀ। ਮੈਂ ਕਿਸੇ ਦੀ ਮਦਦ ਕੀਤੀ, ਹੈਲਪ ਕੀਤੀ, ਬਟ ਮੇਰੇ ਵਿੱਚ ਕਪੈਸਿਟੀ ਤੇ ਕਿਤੇ ਹੋਰ ਜ਼ਿਆਦਾ ਸੀਗੀ। ਸੋ ਇਸ ਤਰ੍ਹਾਂ ਜਦ ਤੁਸੀਂ ਆਪਣੇ ਆਪ ਵਿੱਚ ਇਹੋ ਜਿਹੇ ਭਾਵ ਲੈ ਕੇ ਆਉਂਦੇ ਹੋ ਤੇ ਤੁਹਾਡਾ ਜੀਵਨ ਹੋਰ ਜਿਸ ਕੀ ਭਰਪੂਰਤਾ ਵੱਲ ਜਾਂਦਾ ਹੈ। ਸੋ ਜਦ ਤੁਹਾਡੀ ਓਲਡ ਏਜ ਹੁੰਦੀ ਹੈ, ਤੁਹਾਡੀ ਰਿਟਾਇਰਮੈਂਟ ਹੁੰਦੀ ਹੈ, ਤੁਹਾਨੂੰ ਬੁਰਾ ਨਹੀਂ ਫੀਲ ਹੁੰਦਾ ਕਿਉਂਕਿ ਤੁਹਾਡੇ ਲਕਸ਼ ਬਣੇ ਹੁੰਦੇ ਹੈ, ਤੁਹਾਡਾ ਇੱਕ ਜੀਵਨ ਨੈਚੁਰਲੀ ਵਧੀਆ ਅੱਗੇ ਜਾਈ ਜਾਂਦਾ ਹੈ, ਤੁਹਾਡੇ ਅੱਛੇ ਕਰਮ ਬਣੇ ਜਾਂਦੇ ਹੈ ਐਂਡ ਖੁਸ਼ੀ ਨਾਲ ਹੋਰ ਜੀਵਨ ਫਿਰ ਅੱਗੇ ਲੰਘ ਜਾਂਦਾ। ਮਤਲਬ ਆਪਣਾ ਸੈਲਫ ਦਾ ਮੈਨੇਜਮੈਂਟ ਜੇ ਅੱਛਾ ਹੋਏਗਾ ਤਾਂ ਮੈਨੂੰ ਲੱਗਦਾ ਹੈ ਆਪਣੇ ਆਪ ਕਿਸੇ ਵੀ ਚੀਜ਼ ਨੂੰ ਮੈਨੇਜ ਕਰਨਾ ਸੌਖਾ ਹੋ ਜਾਂਦਾ ਹੈ ਬੰਦੇ ਨੂੰ। ਅੱਜ ਦੀ ਪੂਰੀ ਜਿੰਨੀ ਵੀ ਗੱਲਬਾਤ ਲਈ ਸਾਹਿਲ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਅੱਜ ਅਸੀਂ ਗੱਲ ਕੀਤੀ ਮੈਨੇਜਮੈਂਟ ਦੇ ਉੱਪਰ, ਔਰ ਇੱਕ ਚੀਜ਼ ਜੋ ਕਿ ਸਪਸ਼ਟ ਤਰੀਕੇ ਨਾਲ ਸਾਹਮਣੇ ਆਈ ਕਿ ਅਗਰ ਕਿਸੇ ਵੀ ਚੀਜ਼ ਨੂੰ ਮੈਨੇਜ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਸੈਲਫ ਦਾ ਮੈਨੇਜਮੈਂਟ ਅੱਛਾ ਹੋਣਾ ਚਾਹੀਦਾ ਹੈ। ਇਹਦੇ ਨਾਲ ਇੱਕ ਅੱਛਾ ਡਿਸੀਜਨ ਮੇਕਰ ਔਰ ਇੱਕ ਰਹਿਮ ਦਿਲ ਔਰ ਇਮੋਸ਼ਨਸ ਨੂੰ ਕੰਟਰੋਲ ਕਰਨਾ, ਇਹ ਤਿੰਨੋਂ ਐਸਪੈਕਟਸ ਜੇ ਸਾਡੇ ਅੰਦਰ ਨੇ ਤੇ ਅਸੀਂ ਸੈਲਫ ਨੂੰ ਵੀ ਕੰਟਰੋਲ ਕਰ ਸਕਦੇ ਹਾਂ ਔਰ ਕੋਈ ਵੀ ਮੈਨੇਜਮੈਂਟ ਨੂੰ ਵੀ ਅੱਛੀ ਤਰ੍ਹਾਂ ਨਾਲ ਚਲਾ ਸਕਦੇ ਹਾਂ। ਫਿਰ ਮਿਲਾਂਗੇ ਅਗਲੀ ਕੜੀ 'ਚ, ਤਬ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ ਸ਼ਾਂਤੀਵਨ, ਮੋਬਾਈਲ ਨੰਬਰ 8094913487, ਈਮੇਲ punjabi.gws@gmail.com।